अपना अज का टॉपिक है इक्वलेंस रिलेशन। इक्वलेंस रिलेशन की हुंदा है रिलेशन R on set A is said to be equivalence relation on A if and only if it is reflexive, symmetric and transitive। यानी कोई रिलेशन इक्वलेंस रिलेशन कदों होएगा ਜਦੋਂ ਉਹ ਰਿਲੇਸ਼ਨ ਰਿਫਲੈਕਸਿਵ ਵੀ ਹੋਵੇ, ਸਿਮੈਟ੍ਰਿਕ ਵੀ ਹੋਵੇ ਤੇ ਟ੍ਰਾਂਜ਼ਿਟਿਵ ਵੀ ਹੋਵੇ। ਤਾਂ ਕੁੱਲ ਮਿਲਾ ਕੇ ਅਸੀਂ ਉਹੀ ਤਿੰਨ ਚੀਜ਼ਾਂ ਚੈੱਕ ਕਰਨੀਆਂ, ਰਿਫਲੈਕਸਿਵਿਟੀ ਚੈੱਕ ਕਰਨੀ ਹੈ, ਸਿਮੈਟਰੀ ਚੈੱਕ ਕਰਨੀ ਹੈ ਤੇ ਟ੍ਰਾਂਜ਼ਿਟਿਵਿਟੀ ਚੈੱਕ ਕਰਨੀ ਹੈ। ਜੇ ਤਿੰਨਾਂ ਦੇ ਵਿੱਚ ਯੈਸ ਆ ਜੇ ਤਾਂ ਇਹ ਵਾਲਾ ਜਿਹੜਾ ਰਿਲੇਸ਼ਨ ਹੈ ਉਹ ਇਕੁਅਲੈਂਸ ਰਿਲੇਸ਼ਨ ਹੋਏਗਾ, ਨਹੀਂ ਤਾਂ ਇਹ ਨਹੀਂ ਹੋਵੇਗਾ। ਜੇ ਇੱਕ ਵੀ ਇਹਨਾਂ ਚੋਂ ਨਹੀਂ ਹੈਗਾ ਤਾਂ ਅਸੀਂ ਕਹਿ ਦਾਂਗੇ ਵੀ ਰਿਲੇਸ਼ਨ ਇਜ਼ ਨਾਟ ਐਨ ਇਕੁਅਲੈਂਸ ਰਿਲੇਸ਼ਨ। ठीक है ना। एग्जाम्पल देखो, एग्जाम्पल 6 शो दैट the relation is congruent to on set of all triangles in a plane is an equivalence relation। is congruent to congruent triangles ਦਾ relation ਵੀ ਇੱਕ ਟ੍ਰਾਇੰਗਲ ਦੂਸਰੇ ਦੇ ਨਾਲ congruent ਹੁੰਦਾ ਸਰਬੰਗ, ਸਮਝ ਨੂੰ ਆਪਾਂ ਪੰਜਾਬੀ ਚ ਕਹਿੰਦੇ ਵੀ ਜਿਹਦੀ ਸ਼ੇਪ ਤੇ ਸਾਈਜ਼ ਸੇਮ ਹੋਵੇ। ਇੱਕ ਟ੍ਰਾਇੰਗਲ ਦੀ ਤੇ ਦੂਸਰੇ ਟ੍ਰਾਇੰਗਲ ਦੀ ਜੇ ਸ਼ੇਪ ਐਂਡ ਸਾਈਜ਼ ਸੇਮ ਹੈ, ਯਾਨੀ ਇੱਕ ਟ੍ਰਾਇੰਗਲ ਨੂੰ ਜੇ ਅਸੀਂ ਦੂਸਰੇ ਟ੍ਰਾਇੰਗਲ ਦੇ ਉੱਪਰ ਰੱਖੀਏ ਤਾਂ ਉਹ ਇੱਕ ਦੂਜੇ ਨੂੰ ਪੂਰੀ ਤਰ੍ਹਾਂ ਢੱਕ ਲੈਣ, ਇਹੋ ਜਿਹੇ ਟ੍ਰਾਇੰਗਲ ਨੂੰ ਅਸੀਂ ਕੌਨਗਰੂਐਂਟ ਟ੍ਰਾਇੰਗਲਸ ਕਹਿੰਦੇ ਹਾਂ। ਠੀਕ ਹੈ ਨਾ। ਤਾਂ ਅਸੀਂ ਸੈੱਟ ਡਿਫਾਈਨ ਕਰਤਾ, ਇਹ 'ਚ ਇਹਨੇ ਸਿੱਧਾ ਹੀ ਕੋਈ ਸੈੱਟ ਵਗੈਰਾ ਡਿਫਾਈਨ ਨਹੀਂ ਕੀਤਾ ਸੀ, ਤਾਂ ਅਸੀਂ ਕਰ ਲਿਆ। ਦੇਖੋ, ਲੈਟ S be the set of all triangles in a plane and R is a relation on set S is defined by R equals to T1 comma T2। T1 T2 ਕਿਸ ਤਰ੍ਹਾਂ ਦੇ ਨੇ? T1 is congruent to T2। ਆ congruent ਦਾ ਨਿਸ਼ਾਨ ਆ ਜਿਹੜਾ ਵਿਚਾਲੇ ਪਾਇਆ ਹੋਇਆ ਆ ਵਾਲਾ, it is sign of congruency ਆ ਵਾਲਾ। ਠੀਕ ਹੈ ਨਾ। congruent triangles ਦਾ ਸਾਈਨ। ਤਾਂ triangle 1 is congruent to triangle 2 where T1 T2 belongs to S। S ਕੀ ਸੀਗਾ? set of all triangles, ਸਾਰੇ triangles ਦਾ ਸੈੱਟ ਸੀ। ਤਾਂ ਰਿਫਲੈਕਸੀਵਿਟੀ ਵਾਸਤੇ ਫਿਰ ਉਹੀ ਚੀਜ਼ ਚੈੱਕ ਕਰਾਂਗੇ ਕਿ ਅਸੀਂ ਦੋਹਾਂ ਥਾਵਾਂ ਤੇ ਇੱਕੋ ਟ੍ਰਾਇੰਗਲ ਲਿਖ ਸਕਦੇ ਹਾਂ ਵੀ ਟ੍ਰਾਇੰਗਲ T ਇਜ਼ ਕੌਨਗਰੂਐਂਟ ਟੂ ਟ੍ਰਾਇੰਗਲ ਦੂਸਰਾ। ਠੀਕ ਹੈ ਕਿ ਨਹੀਂ। ਤਾਂ ਇਹ ਹੋ ਸਕਦਾ ਕਿਉਂਕਿ ਇੱਕੋ ਹੀ ਟ੍ਰਾਇੰਗਲ ਉਹ ਆਪਦੇ ਆਪ ਦਾ ਤਾਂ ਕੌਨਗਰੂਐਂਟ ਹੋਏਗਾ ਹੀ, ਜਿਹੋ ਜਿਹਾ ਖੁਦ ਹੈ ਉਹੋ ਜਿਹਾ ਤਾਂ ਉਹੋ ਜਿਹਾ ਹੀ ਹੋਏਗਾ ਨਾ। ਤਾਂ ਈਚ ਟ੍ਰਾਇੰਗਲ, ਇੱਥੇ ਹੁਣ ਰਿਫਲੈਕਸੀਵਿਟੀ ਵਿੱਚ ਦੇਖੋ ਕੀ ਲਿਖਿਆ ਹੋਇਆ, ਫॉर ਈਚ ਟ੍ਰਾਇੰਗਲ T belongs to S we have T is congruent to T। ਇਹਦਾ ਮਤਲਬ T belongs to R ਹੋਏਗਾ, ਇਹਦਾ ਮਤਲਬ R ਕੀ ਹੋਏਗਾ? ਰਿਫਲੈਕਸਿਵ। ਹੁਣ ਅਸੀਂ ਆ ਲਿਖਿਆ ਸੀ T1 is congruent to T2, ਕੀ ਅਸੀਂ ਇਹਦਾ ਉਲਟਾ ਵੀ ਲਿਖ ਸਕਦੇ ਹਾਂ ਜੇ ਖਿਆਲ ਆ ਜਾਵੇ। ਅਸੀਂ ਪਹਿਲਾਂ ਸਿਮੈਟਰੀ ਸ਼ੁਰੂ ਕਰਨ ਤੋਂ ਪਹਿਲਾਂ ਹੀ ਸਾਨੂੰ ਖਿਆਲ ਆ ਜਾਣਾ ਚਾਹੀਦਾ ਵੀ ਜੇ T1 T2 ਦੇ ਕੌਨਗਰੂਐਂਟ ਹੈ, ਜਿਹਨੇ T1 ਦੀ ਸ਼ੇਪ ਤੇ ਸਾਈਜ਼ T2 ਵਰਗਾ, ਤਾਂ T2 ਦਾ ਵੀ ਤਾਂ ਸੇਮ ਹੀ ਸ਼ੇਪ ਐਂਡ ਸਾਈਜ਼ ਹੋਏਗਾ। ਤਾਂ ਅਸੀਂ ਇਹਨੂੰ ਉਲਟਾ ਕੇ ਵੀ ਲਿਖ ਸਕਦੇ ਹਾਂ, ਜਿਹਨੇ T2 is congruent to T1 ਵੀ ਲਿਖ ਸਕਦੇ ਹਾਂ। ਤਾਂ ਕੀ ਹੋਏਗਾ? let T1 T2 belongs to R। ਇਹਦਾ ਮਤਲਬ ਕੀ ਹੈ? T1 is congruent to T2। ਤੇ ਇਹਦਾ ਮਤਲਬ ਇਹ ਵੀ ਹੈ T2 is congruent to T1। ਇਹਦਾ ਮਤਲਬ T2 T1 belongs to R। ਤਾਂ ਜੇ T1 T2 belongs to R ਤੋਂ ਅਸੀਂ ਪ੍ਰੂਵ ਕਰਨ 'ਚ ਸਫਲ ਹੋ ਜਾਈਏ T2 T1 belongs to R, ਤੇ ਕੀ ਹੋ ਜਾਂਦਾ? ਸਿਮੈਟ੍ਰਿਕ ਹੋ ਜਾਂਦਾ। ਤਾਂ R is symmetric। ਹੁਣ ਅੱਗੇ ਚੱਲਦੇ ਹਾਂ ਟ੍ਰਾਂਜ਼ਿਟਿਵਿਟੀ ਵਾਸਤੇ। ਟ੍ਰਾਂਜ਼ਿਟਿਵਿਟੀ ਵਾਸਤੇ ਅਸੀਂ ਦੋ ਐਲੀਮੈਂਟਸ ਲੈਣੇ ਹੁੰਦੇ, T1 T2 ਤੇ T2 T3। T1 ਦਾ ਰਿਲੇਸ਼ਨ T2 ਨਾਲ ਹੈ, T2 ਦਾ ਰਿਲੇਸ਼ਨ T3 ਨਾਲ। ਮਤਲਬ ਕੀ ਹੈ? T1 T2 ਦੇ ਕੌਨਗਰੂਐਂਟ ਹੈ, T2 T3 ਦੇ ਕੌਨਗਰੂਐਂਟ ਹੈ। ਯਾਨੀ T1 ਦੀ ਸ਼ੇਪ ਤੇ ਸਾਈਜ਼ T2 ਵਰਗਾ ਹੈ, T2 ਦਾ ਸ਼ੇਪ ਤੇ ਸਾਈਜ਼ T3 ਵਰਗਾ ਹੈ। ਜਿਵੇਂ ਆਪਾਂ ਕਹਿ ਲਓ ਵੀ ਜੁੜਵੇਂ ਭੈਣ ਭਰਾ ਹੁੰਦੇ ਆ, ਉਸ ਤਰੀਕੇ ਦਾ ਵੀ T1 T2 ਦਾ ਜੁੜਵਾਂ, T2 T3 ਦਾ ਜੁੜਵਾਂ, ਜਿਵੇਂ ਸ਼ਕਲ ਤੇ ਸਾਈਜ਼ ਇੱਕੋ ਜਿਹਾ ਦੋਵਾਂ। ਤਾਂ ਅਸੀਂ ਕਹਿ ਸਕਦੇ T1 ਤੇ T3 ਦਾ ਵੀ ਸਾਈਜ਼ ਤੇ ਸ਼ੇਪ ਇੱਕੋ ਜਿਹੀ ਹੋਏਗੀ। ਠੀਕ ਹੈ ਕਿ ਨਹੀਂ। ਤਾਂ ਅਸੀਂ T1 ਇਜ਼ ਕੌਨਗਰੂਐਂਟ ਟੂ T3 ਲਿਖ ਸਕਦੇ ਹਾਂ। ਤਾਂ ਇਹਦਾ ਮਤਲਬ T1 T3 ਵੀ ਬਿਲੋਂਗਸ ਟੂ ਕਰੇਗਾ R ਨੂੰ, ਬਿਲੋਂਗਸ ਟੂ R ਹੋਏਗਾ। ਤਾਂ ਇਹਨੂੰ ਅਸੀਂ ਕਹਿ ਸਕਦੇ ਹਾਂ R ਇਜ਼ ਟ੍ਰਾਂਜ਼ਿਟਿਵ। ਤਾਂ ਇਹ ਤੋਂ ਕੀ ਪਤਾ ਚੱਲਿਆ? ਹੈਂਸ R ਇਜ਼ ਇਕੁਅਲੈਂਸ ਰਿਲੇਸ਼ਨ। ਤਾਂ ਮੇਰੇ ਖਿਆਲ ਨਾਲ ਇਹ ਬਹੁਤ ਸਭ ਤੋਂ ਈਜ਼ੀ ਕੁਐਸਚਨਸ ਦੇ ਵਿੱਚੋਂ ਹੈ।
ਸਿੰਪਲੀ ਇਹ 'ਚ ਕੋਈ ਕੈਲਕੂਲੇਸ਼ਨ ਨਹੀਂ, ਕੁਛ ਨਹੀਂ, ਸਿਰਫ ਦਿਮਾਗ ਦੇ ਵਿੱਚ ਇਹਨਾਂ ਦੀ ਸਾਨੂੰ ਡੈਫੀਨੇਸ਼ਨ ਕਲੀਅਰ ਹੋਣੀ ਚਾਹੀਦੀ ਹੈ। ਇਕੁਅਲੈਂਸ ਸੌਰੀ ਕੌਨਗਰੂਐਂਟ ਟ੍ਰਾਇੰਗਲਸ ਦੀ ਕੀ ਡੈਫੀਨੇਸ਼ਨ ਹੁੰਦੀ ਹੈ। ਇਹ ਟ੍ਰਾਇੰਗਲ ਦੀ ਸਾਨੂੰ ਇਹਦੀ ਕੌਨਗਰੂਐਂਟ ਟ੍ਰਾਇੰਗਲ ਦੀ ਡੈਫੀਨੇਸ਼ਨ ਕਲੀਅਰ ਹੈ ਤਾਂ ਇਸ ਕੁਐਸਚਨ ਦੇ ਵਿੱਚ ਸਾਨੂੰ ਕੋਈ ਸਮੱਸਿਆ ਨਹੀਂ ਆਏਗੀ। ਅੱਗੇ ਆ ਗਿਆ ਐਗਜ਼ਾਮਪਲ 7, ਪ੍ਰੂਵ ਦੈਟ ਦ ਰਿਲੇਸ਼ਨ ਆਰ ਔਨ ਸੈਟ Z ਆਫ ਆਲ ਇੰਟੀਜਰਸ। Z ਕੀ ਹੁੰਦਾ ਹੈ? ਇੰਟੀਜਰਸ ਦਾ ਸੈੱਟ ਹੁੰਦਾ, ਡਿਫਾਈਨਡ ਬਾय XY ਬਿਲੋਂਗਸ ਟੂ R। ਇਹਦਾ ਮਤਲਬ ਹੈ ਇਹ ਕਦੋਂ ਹੋਏਗਾ? ਜਦੋਂ x ਮਾਈਨਸ y ਇਜ਼ ਡਿਵੀਜ਼ੀਬਲ ਬਾय n। x ਤੋਂ ਅਸੀਂ y ਨੂੰ ਮਾਈਨਸ ਕਰੀਏ ਤੇ ਉਹ ਜਿਹੜਾ ਆਨਸਰ ਆਵੇ n ਨਾਲ ਡਿਵੀਜ਼ੀਬਲ ਹੋਵੇ, ਯਾਨੀ n ਦਾ ਮਲਟੀਪਲ ਹੋਵੇ। ਠੀਕ ਹੈ ਕਿ ਨਹੀਂ? ਇਜ਼ ਐਨ ਇਕੁਅਲੈਂਸ ਰਿਲੇਸ਼ਨ। ਇਹ ਇਕੁਅਲੈਂਸ ਰਿਲੇਸ਼ਨ ਪ੍ਰੂਵ ਕਰਨਾ ਸੀ ਤਾਂ ਸੋਲਿਊਸ਼ਨ ਦੇਖੋ। r ਇਕੁਅਲਸ ਸਾਨੂੰ ਦਿੱਤਾ XY, x ਤੇ y ਦੋਨੇ ਕੀ ਨੇ? ਇੰਟੀਜਰਸ ਨੇ, ਤੇ x ਮਾਈਨਸ y ਇਜ਼ ਡਿਵੀਜ਼ੀਬਲ ਬਾय n। ਜਦੋਂ x ਮਾਈਨਸ y ਇਜ਼ ਡਿਵੀਜ਼ੀਬਲ ਬਾय n ਹੁੰਦਾ ਤਾਂ ਅਸੀਂ ਇਹਨੂੰ ਇਸ ਤਰ੍ਹਾਂ ਲਿਖ ਸਕਦੇ ਹੁੰਦੇ ਹਾਂ, x ਮਾਈਨਸ y n ਦਾ ਮਲਟੀਪਲ ਹੋਏਗਾ, ਯਾਨੀ ਅਸੀਂ ਕੁਛ ਲਿਖ ਸਕਦੇ ਹਾਂ PN QN, ਕੁਛ ਵੀ ਲਿਖ ਸਕਦੇ ਹਾਂ, AN ਲਿਖ ਸਕਦੇ ਹਾਂ, ਯਾਨੀ n ਦਾ ਕੋਈ ਨਾ ਕੋਈ ਮਲਟੀਪਲ ਹੈ ਇਹਦਾ ਜਿਹੜਾ ਆਨਸਰ ਹੈ। ਠੀਕ ਹੈ ਨਾ? ਹੁਣ ਅਸੀਂ ਪਹਿਲਾਂ ਚੈੱਕ ਕਰੀਏ ਕਿ ਅਸੀਂ ਦੋਹਾਂ ਥਾਵਾਂ ਤੇ ਰਿਫਲੈਕਸਿਵਿਟੀ ਵਾਸਤੇ ਕੀ ਕਰਦੇ ਹੁੰਦੇ ਹਾਂ। ਦੋਹਾਂ ਥਾਵਾਂ ਤੇ ਕੀ ਅਸੀਂ x ਲਿਖ ਸਕਦੇ ਹਾਂ? ਲਿਖ ਸਕਦੇ ਹਾਂ। ਦੇਖੋ x ਬਿਲੋਂਗਸ ਟੂ Z ਹੈ ਤਾਂ x ਮਾਈਨਸ x ਕਰਾਂਗੇ ਤਾਂ ਕੀ ਆ ਜਾਊਗਾ? 0। ਤੇ 0 ਤਾਂ ਹਰੇਕ ਨਾਲ ਹੀ ਡਿਵੀਜ਼ੀਬਲ ਹੁੰਦਾ, ਚਾਹੇ n ਹੋਵੇ, ਚਾਹੇ p ਹੋਵੇ, ਚਾਹੇ q ਹੋਵੇ, ਤਾਂ n ਨਾਲ ਡਿਵੀਜ਼ੀਬਲ ਹੋਏਗਾ। ਇਹਦਾ ਮਤਲਬ x ਬਿਲੋਂਗਸ ਟੂ R ਫॉर all x ਬਿਲੋਂਗਸ ਟੂ Z, देयरफॉर R इज रिफ्लेक्सिव। ਅੱਗੇ ਆ ਗਿਆ ਸਿਮੈਟਰੀ। ਸਿਮੈਟਰੀ ਵੀ ਦੇਖਦੇ ਹਾਂ। ਅਸੀਂ ਇੱਕ ਐਲੀਮੈਂਟ ਲੈ ਲਿਆ XY ਬਿਲੋਂਗਸ ਟੂ R, ਤੇ XY ਬਿਲੋਂਗਸ ਟੂ R ਦਾ ਮਤਲਬ ਕੀ ਹੈ? x ਮਾਈਨਸ y ਇਜ਼ ਡਿਵੀਜ਼ੀਬਲ ਬਾय n। ਤੇ ਜੇ ਇਹ ਡਿਵੀਜ਼ੀਬਲ ਬਾय n ਹੈ ਤਾਂ x ਮਾਈਨਸ n ਨੂੰ ਅਸੀਂ PN ਲਿਖ ਸਕਦੇ ਹਾਂ, ਜਿੱਥੇ ਕਿ P ਕੀ ਹੈ? ਸਾਡਾ ਕੋਈ ਇੰਟੀਜਰ ਹੈ। ਠੀਕ ਹੈ ਕਿ ਨਹੀਂ? ਕੋਈ ਇੰਟੀਜਰ ਵੈਲਿਊ ਹੈ ਇਹ P। ਠੀਕ ਹੈ ਨਾ? ਕੋਈ ਮਲਟੀਪਲ ਹੈ n ਦਾ, ਤਾਂ x ਮਾਈਨਸ y ਇਕੁਅਲਸ ਟੂ PN। ਤੇ ਜੇ ਅਸੀਂ ਇਹਦਾ ਉਲਟਾ ਕਰੀਏ y ਮਾਈਨਸ x ਕੀ ਹੋ ਜਾਏਗਾ? ਮਾਈਨਸ PN ਹੋ ਜਾਏਗਾ। ਅਸੀਂ ਜਾਣਦੇ ਹਾਂ ਪਹਿਲਾਂ ਵੀ ਇਸ ਤਰ੍ਹਾਂ ਦਾ ਕੁਐਸਚਨ ਅਸੀਂ ਕਰਕੇ ਆਏ ਹਾਂ। ਤੇ ਵੀ ਜੇ x ਮਾਈਨਸ y ਇਕੁਅਲਸ ਟੂ ਪਲੱਸ PN ਹੈ ਤਾਂ y ਮਾਈਨਸ x ਕੀ ਹੋ ਜਾਏਗਾ? ਮਾਈਨਸ PN ਹੋ ਜਾਏਗਾ। ਆ ਵੀ ਹੁਣ ਕੀ ਹੋ ਗਿਆ? n ਦਾ ਮਲਟੀਪਲ ਹੀ ਹੋ ਗਿਆ, ਨੈਗੇਟਿਵ ਮਲਟੀਪਲ ਹੋ ਗਿਆ, ਬਸ ਇੰਨਾ ਫਰਕ ਹੈ। ਤਾਂ x ਮਾਈਨਸ y ਕੀ ਹੋ ਗਿਆ? ਡਿਵੀਜ਼ੀਬਲ ਬਾय n। ਇਹਦਾ ਮਤਲਬ yx ਬਿਲੋਂਗਸ ਟੂ ਵੀ R ਹੋ ਜਾਏਗਾ। ਇਹਦਾ ਮਤਲਬ R ਕੀ ਹੈ? ਸਿਮੈਟ੍ਰਿਕ ਹੋ ਜਾਏਗਾ। ਹੁਣ ਅਸੀਂ ਲੈ ਲਿਆ XY। ਹੁਣ ਟ੍ਰਾਂਜ਼ਿਟਿਵਿਟੀ ਵਾਸਤੇ ਦੋ ਐਲੀਮੈਂਟ ਹਮੇਸ਼ਾ ਲੈਣਾ ਹੈ। x ਦਾ y ਨਾਲ ਰਿਲੇਸ਼ਨ ਹੈ, y ਦਾ z ਨਾਲ ਰਿਲੇਸ਼ਨ ਹੈ। ਅਸੀਂ ਹੁਣ ਪ੍ਰੂਵ ਕਰਨਾ ਹੈ x ਦਾ z ਨਾਲ ਰਿਲੇਸ਼ਨ ਹੈ। ਠੀਕ ਹੈ ਨਾ? ਤਾਂ ਟ੍ਰਾਂਜ਼ਿਟਿਵ ਹੋਏਗਾ। ਤੇ ਜੇ XY ਤੇ YZ ਬਿਲੋਂਗਸ ਟੂ R ਹੈ ਤਾਂ ਮਤਲਬ x ਮਾਈਨਸ y ਤੇ y ਮਾਈਨਸ z ਦੋਨੇ ਕੀ ਹੋਣਗੇ? n ਦੇ ਮਲਟੀਪਲ ਹੋਣਗੇ ਜਾਂ ਡਿਵੀਜ਼ੀਬਲ ਬਾय n ਹੋਣਗੇ ਕਹਿ ਲਓ। ਇਹਦਾ ਮਤਲਬ x ਮਾਈਨਸ y ਨੂੰ ਅਸੀਂ ਕੋਈ ਦਾ ਮਲਟੀਪਲ ਲੈ ਸਕਦੇ ਹਾਂ, n ਦਾ PN ਲੈ ਲਿਆ। y ਮਾਈਨਸ z ਨੂੰ ਅਸੀਂ ਕੋਈ ਹੋਰ ਮਲਟੀਪਲ ਲੈ ਲਿਆ ਤਾਂ QN। ਮੇਰੇ p ਤੇ q ਕੀ ਹੋਣਗੇ? ਇੰਟੀਜਰਸ ਹੋਣਗੇ। ਹੁਣ ਜੇ ਅਸੀਂ ਇਹਨਾਂ ਨੂੰ ਜੋੜ ਦਈਏ, ਸਮ ਕਰ ਦਈਏ, ਲੈਫਟ ਹੈਂਡ ਸਾਈਡ ਦੇ ਵਿੱਚ ਇਹਨਾਂ ਦੋਵਾਂ ਦਾ ਸਮ ਹੋ ਜਾਏਗਾ, ਰਾਈਟ ਹੈਂਡ ਸਾਈਡ ਤੇ PN ਪਲੱਸ QN ਹੋ ਜਾਏਗਾ। ਜਦੋਂ ਅਸੀਂ ਬ੍ਰੈਕਟਸ ਓਪਨ ਕਰਾਂਗੇ ਆ ਮਾਈਨਸ y ਤੇ ਪਲੱਸ y ਆਪਸ 'ਚ ਕੈਂਸਲ ਹੋ ਜਾਣਗੇ, x ਮਾਈਨਸ z ਰਹੇਗਾ। x ਮਾਈਨਸ z ਇਕੁਅਲ ਟੂ p ਮਾਈਨਸ a ਪਲੱਸ qn। p ਪਲੱਸ q ਕੀ ਹੋ ਜਾਏਗਾ? ਇੱਕ ਇੰਟੀਜਰਸ ਹੈ, ਦੋ ਇੰਟੀਜਰ ਨੇ p ਤੇ q, ਦੋਹਾਂ ਦਾ ਜੋੜ ਕਰਾਂਗੇ ਤਾਂ ਇੱਕ ਹੋਰ ਇੰਟੀਜਰ ਆ ਜਾਊਗਾ। ਤਾਂ ਇਹ ਕੀ ਹੋ ਗਿਆ? n ਦਾ ਮਲਟੀਪਲ ਹੀ ਫੇਰ ਹੋ ਗਿਆ। ਇਹਦਾ ਮਤਲਬ x ਮਾਈਨਸ z ਇਜ਼ ਡਿਵੀਜ਼ੀਬਲ ਬਾय n ਹੋ ਗਿਆ। ਤੇ ਜੇ ਡਿਵੀਜ਼ੀਬਲ ਬਾय n ਹੈ ਤਾਂ ਇਹਦਾ ਮਤਲਬ xz ਕੀ ਹੋ ਜਾਏਗਾ? ਬਿਲੋਂਗਸ ਟੂ R। ਇਹਦਾ ਮਤਲਬ R ਇਜ਼ ਟ੍ਰਾਂਜ਼ਿਟਿਵ। ਹੁਣ ਅਸੀਂ ਚੈੱਕ ਕਰ ਲਿਆ ਵੀ ਇਹ R ਰਿਫਲੈਕਸਿਵ ਵੀ ਹੈ, ਸਿਮੈਟ੍ਰਿਕ ਵੀ ਹੈ ਤੇ ਟ੍ਰਾਂਜ਼ਿਟਿਵ ਹੈ। ਇਟ ਮੀਨਸ R is an equivalence relation। ਠੀਕ ਹੈ ਜੀ? ਤਾਂ ਸੌਖੇ ਕੁਐਸਚਨਸ ਆ ਬੇਟੇ। ਇਹੋ ਜਿਹੇ ਕੁਐਸਚਨ ਬਹੁਤ ਆਉਂਦੇ ਆ ਪੇਪਰ ਦੇ ਵਿੱਚ। ਆ ਸਾਰੇ ਜਿਹੜੇ ਅੱਜ ਕਰ ਰਹੇ ਆਪਾਂ ਇੰਪੋਰਟੈਂਟ ਕੁਐਸਚਨਸ ਨੇ ਸਾਰੇ। ਪ੍ਰੂਵ ਦੈਟ, ਅੱਗੇ ਦੇਖੋ, ਪ੍ਰੂਵ ਦੈਟ ਦ ਰਿਲੇਸ਼ਨ R defined on set Z of integers as R equals to AB। AB ਕਿੱਦਾਂ ਦਾ ਹੈ? 4 divides modulus of AB, A minus B। A ਮਾਈਨਸ B ਦੇ ਡਿਫਰੈਂਸ ਦਾ ਮੋਡੂਲਸ ਕੱਢੀਏ, ਯਾਨੀ ਮੋਡੂਲਸ ਨਾਲ ਘਬਰਾਉਣ ਦੀ ਜ਼ਰੂਰਤ ਨਹੀਂ। ਮੋਡੂਲਸ ਨਾਲ ਕੀ ਹੋਏਗਾ? ਸਾਈਨ ਪੋਜ਼ਿਟਿਵ ਹੋ ਜਾਏਗਾ। A ਮਾਈਨਸ B ਜੇ ਪਲੱਸ 4 ਹੁੰਦਾ ਤਾਂ ਵੀ 4 ਰਹਿ ਜਾਏਗਾ, ਤੇ ਜੇ A ਮਾਈਨਸ B ਮਾਈਨਸ 4 ਹੁੰਦਾ ਤਾਂ ਵੀ ਉਹਦਾ ਆਨਸਰ 4 ਹੋਏਗਾ। ਉਹਦਾ ਇੰਨਾ ਹੀ ਫਰਕ ਹੈ। ਇਜ਼ ਐਨ ਇਕੁਅਲੈਂਸ ਰਿਲੇਸ਼ਨ। ਤਾਂ ਇਹ ਇਹਦਾ ਇਕੁਅਲੈਂਸ ਰਿਲੇਸ਼ਨ ਹੈ, ਅਸੀਂ ਪ੍ਰੂਵ ਕਰਨਾ ਹੈ। ਠੀਕ ਹੈ ਨਾ? R ਇਕੁਅਲਸ ਟੂ ਆ ਸਾਰਾ ਤੁਹਾਨੂੰ ਗਿਵਨ ਹੈ।
ਤਾਂ ਅਸੀਂ ਪਹਿਲਾਂ ਚੈੱਕ ਕਰੀਏ ਕਿ ਅਸੀਂ ਏ ਬੀ ਦੇ ਵਿੱਚ ਏ ਲੈ ਸਕਦੇ ਜਾਂ ਨਹੀਂ। ਦੋਨੇ ਚੀਜ਼ਾਂ ਏ ਲੈ ਸਕਦੇ ਸੀਗੇ ਤਾਂ ਏ ਮਾਈਨਸ ਏ ਕੀ ਹੁੰਦਾ 0 ਹੁੰਦਾ ਤਾਂ ਏ ਮਾਈਨਸ ਏ ਦਾ ਮੋਡੂਲਸ ਵੀ 0 ਹੋਏਗਾ ਵਿਚ ਇਜ਼ ਡਿਵੀਜ਼ੀਬਲ ਬਾਈ 4। 0 ਬਾਰੇ ਆਪਾਂ ਪਹਿਲਾਂ ਹੀ ਗੱਲ ਕਰੀਏ 0 ਹਰ ਇੱਕ ਨਾਲ ਡਿਵੀਜ਼ੀਬਲ ਹੈ ਜਿਹਦੇ ਨਾਲ ਮਰਜ਼ੀ ਕਰ ਡਿਵਾਈਡ ਆਨਸਰ 0 ਹੀ ਹੋਣਾ। 0 ਡਿਵਾਈਡਡ ਬਾਈ ਸਮਥਿੰਗ ਇਜ਼ 0 ਠੀਕ ਹੈ ਕਿ ਨਹੀਂ ਤਾਂ ਹਰ ਇੱਕ ਨਾਲ ਹੀ ਡਿਵੀਜ਼ੀਬਲ ਹੈ ਤਾਂ ਏ ਬਿਲੋਂਗਸ ਟੂ ਆਰ ਹੋ ਗਿਆ ਇਹਦਾ ਮਤਲਬ ਆਰ ਇਜ਼ ਰਿਫਲੈਕਸਿਵ। ਅੱਗੇ ਸਿਮੈਟਰੀ ਚੈੱਕ ਕਰਦੇ ਹਾਂ ਹੁਣ ਅਸੀਂ ਕੀ ਕਰਿਆ ਐਕਸ ਵਾਈ ਬਿਲੋਂਗਸ ਟੂ ਆਰ ਲਿਆ। ਐਕਸ ਵਾਈ ਬਿਲੋਂਗਸ ਟੂ ਆਰ ਦਾ ਮਤਲਬ x ਮਾਈਨਸ ਵਾਈ ਇਜ਼ ਡਿਵੀਜ਼ੀਬਲ ਬਾਈ 4। ਇਹਦਾ ਮਤਲਬ ਜੇ ਅਸੀਂ x ਮਾਈਨਸ ਵਾਈ ਦਾ ਮੋਡੂਲਸ ਲੈ ਲਈਏ ਕਾਹਦੇ ਇਕੁਅਲ ਲੈ ਸਕਦੇ ਹਾਂ ਅਸੀਂ 4 ਨਾਲ ਡਿਵੀਜ਼ੀਬਲ ਹੈ ਤਾਂ 4 ਦਾ ਕੋਈ ਮਲਟੀਪਲ ਲੈ ਸਕਦੇ ਹਾਂ 4n ਲੈ ਲਈਏ ਵੇਅਰ n ਕੀ ਹੋਏਗਾ ਨੈਚੁਰਲ ਨੰਬਰ ਹੋਏਗਾ। ਇੱਥੇ ਹੁਣ ਅਸੀਂ ਇੰਟੀਜਰ ਕਿਉਂ ਨਹੀਂ ਲਿਆ ਕਿਉਂਕਿ ਇਹਦਾ ਆਨਸਰ ਹਮੇਸ਼ਾ ਹੀ ਪੋਜ਼ਿਟਿਵ ਹੋਣਾ ਠੀਕ ਹੈ ਕਿ ਨਹੀਂ ਤਾਂ n ਅਸੀਂ ਨੈਚੁਰਲ ਨੰਬਰ ਲੈ ਸਕਦੇ ਹਾਂ। ਵੈਸੇ ਭਾਵੇਂ ਇੰਟੀਜਰ ਲਿਖ ਦਾਂਗੇ ਕੋਈ ਗੱਲ ਨਹੀਂ ਹੈਗੀ ਪਰ ਸਾਨੂੰ ਇੰਨੀ ਕੁ ਗੱਲ ਦਾ ਖਿਆਲ ਵੈਸੇ ਹੀ ਹੋਣਾ ਚਾਹੀਦਾ ਵੀ ਜਦੋਂ ਇਹਨਾਂ ਦਾ ਮੋਡੂਲਸ ਹੈ ਤਾਂ ਆਨਸਰ ਪੋਜ਼ਿਟਿਵ ਹੋਣਾ। ਜੇ ਪੋਜ਼ਿਟਿਵ ਹੋਣਾ ਤਾਂ ਪੋਜ਼ਿਟਿਵ ਇੰਟੀਜਰ ਹੀ ਆਏਗਾ ਤੇ ਪੋਜ਼ਿਟਿਵ ਇੰਟੀਜਰ ਤੁਹਾਨੂੰ ਪਤਾ ਹੈ ਨੈਚੁਰਲ ਨੰਬਰ ਹੀ ਹੁੰਦੇ ਨੇ ਤਾਂ n ਇਜ਼ ਅ ਨੈਚੁਰਲ ਨੰਬਰ ਠੀਕ ਹੈ। ਤੇ y ਮਾਈਨਸ x ਜੇ ਅਸੀਂ ਕਰੀਏ ਤਾਂ ਉਲਟਾ ਦਈਏ ਤਾਂ ਕੀ ਹੋ ਜਾਏਗਾ 4n ਹੀ ਫੇਰ ਰਹਿ ਜਾਊਗਾ ਕਿਉਂਕਿ ਉਹਦਾ ਆਨਸਰ ਨੈਗੇਟਿਵ ਆਊਗਾ। ਨੈਗੇਟਿਵ ਦਾ ਮੋਡੂਲਸ ਕਰਾਂਗੇ ਤਾਂ ਫਿਰ ਪੋਜ਼ਿਟਿਵ ਹੀ ਹੋਣਾ ਹੈ ਠੀਕ ਹੈ ਕਿ ਨਹੀਂ ਤਾਂ y ਮਾਈਨਸ x ਕੀ ਹੋ ਜਾਏਗਾ ਇਜ਼ ਡਿਵੀਜ਼ੀਬਲ ਬਾਈ 4 ਤੇ y ਮਾਈਨਸ x ਡਿਵੀਜ਼ੀਬਲ ਬਾਈ 4 ਹੋ ਗਿਆ ਤਾਂ ਇਹਦਾ ਮਤਲਬ yx ਬਿਲੋਂਗਸ ਟੂ r ਹੋ ਗਿਆ ਤੇ r ਕੀ ਹੋ ਗਿਆ ਸਿਮੈਟ੍ਰਿਕ। ਟ੍ਰਾਂਜ਼ਿਟਿਵਿਟੀ ਉਹਦੇ ਵਾਸਤੇ ਅਸੀਂ ਦੋ ਐਲੀਮੈਂਟਸ ਲਵਾਂਗੇ xy yz ਬਿਲੋਂਗਸ ਟੂ r। x ਮਾਈਨਸ ਇਹਦਾ ਮਤਲਬ ਕੀ ਹੈ x ਮਾਈਨਸ y ਤੇ y ਮਾਈਨਸ z ਆਰ ਡਿਵੀਜ਼ੀਬਲ ਬਾਈ 4 ਠੀਕ ਹੈ। ਇਹਨਾਂ ਦਾ ਮੋਡੂਲਸ ਜੇ ਹਟਾ ਲਈਏ ਤਾਂ ਵੀ ਇਹ ਡਿਵੀਜ਼ੀਬਲ ਬਾਈ 4 ਹੀ ਰਹੂਗਾ ਕਿਉਂਕਿ ਇਹਦਾ ਕੀ ਆਨਸਰ ਵੱਧ ਤੋਂ ਵੱਧ ਜਿਵੇਂ x ਮਾਈਨਸ y ਆਪਾਂ ਕੋਈ ਇਹੋ ਜਿਹੇ ਲੈ ਲਈਏ ਸੇ ਆਪਾਂ ਲੈ ਲਈਏ 2 ਤੇ 6 ਲੈ ਲਏ ਤਾਂ 2 ਮਾਈਨਸ 6 ਦਾ ਜੇ ਅਸੀਂ ਮੋਡੂਲਸ ਲਵਾਂਗੇ ਤਾਂ ਪਲੱਸ 4 ਆ ਜਾਏਗਾ ਤੇ ਜੇ ਅਸੀਂ 2 ਮਾਈਨਸ 6 ਨੂੰ ਬਿਨਾ ਮੋਡੂਲਸ ਲਵਾਂਗੇ ਤਾਂ ਮਾਈਨਸ 4 ਆ ਜਾਏਗਾ। ਡਿਵੀਜ਼ੀਬਲ ਬਾਈ 4 ਤਾਂ ਫਿਰ ਵੀ ਹੈਗਾ ਇਹ ਚਾਹੇ ਪੋਜ਼ਿਟਿਵ ਆਨਸਰ ਹੈ ਚਾਹੇ ਨੈਗੇਟਿਵ ਆਨਸਰ ਹੈ ਠੀਕ ਹੈ ਕਿ ਨਹੀਂ ਤਾਂ ਅਸੀਂ ਇਹਦੇ ਚ ਮੋਡੂਲਸ ਹਟਾਵਾਂਗੇ ਉਹਦਾ ਕਾਰਨ ਮੈਂ ਤੁਹਾਨੂੰ ਅੱਗੇ ਦੱਸਦਾ ਕਿਉਂ ਹਟਾਏ ਇੱਥੇ ਜਾਣਬੁੱਝ ਕੇ। x ਮਾਈਨਸ y ਤੇ y ਮਾਈਨਸ z ਆਰ ਡਿਵੀਜ਼ੀਬਲ ਬਾਈ 4 ਹੋਣਗੇ। ਇਹਦਾ ਮਤਲਬ ਅਸੀਂ x ਮਾਈਨਸ y ਨੂੰ ਅਸੀਂ 4n ਲੈ ਸਕਦੇ ਹਾਂ y ਮਾਈਨਸ z ਨੂੰ 4m ਲੈ ਸਕਦੇ ਹਾਂ। ਹੁਣ ਇੱਥੇ ਆਨਸਰ ਪੋਜ਼ਿਟਿਵ ਵੀ ਹੋ ਸਕਦਾ ਸੀ ਨੈਗੇਟਿਵ ਵੀ ਹੋ ਸਕਦਾ ਇਸ ਕਰਕੇ ਅਸੀਂ mn ਬਿਲੋਂਗਸ ਟੂ z ਲੈ ਲਿਆ n ਨਹੀਂ ਲਿਆ ਇੱਥੇ ਠੀਕ ਹੈ। ਹੁਣ ਅਸੀਂ ਇਹਨਾਂ ਦਾ ਜੋੜ ਕਰਤਾ ਜੋੜ ਕਰਕੇ ਉਸੇ ਤਰ੍ਹਾਂ x ਮਾਈਨਸ y ਪਲੱਸ y ਮਾਈਨਸ z ਇਕੁਅਲਸ ਟੂ 4n ਪਲੱਸ 4m ਹੋ ਜਾਏਗਾ। ਆ y कैंसिल हो जाएगा x माइनस z ਕਾਹਦੇ ਇਕੁਅਲ ਆ ਜਾਏਗਾ 4 ਚੋਂ ਕਾਮਨ ਕੱਢਿਆ m ਪਲੱਸ n m ਤੇ n ਕੀ ਸੀਗੇ ਇੰਟੀਜਰ ਸੀਗੇ ਇੰਟੀਜਰਸ ਦਾ ਸਮ ਕੋਈ ਹੋਰ ਇੰਟੀਜਰ ਆਏਗਾ ਤਾਂ ਉਹਨੂੰ 4 ਨਾਲ ਮਲਟੀਪਲਾਈ ਕਰ ਸਕਦੇ ਹਾਂ ਮਤਲਬ ਇਹ 4 ਦਾ ਮਲਟੀਪਲ ਹੋ ਗਿਆ। ਇਹਦਾ ਮਤਲਬ x ਮਾਈਨਸ z ਇਜ਼ ਮਲਟੀਪਲ ਆਫ 4 ਔਰ x ਮਾਈਨਸ z ਇਜ਼ ਡਿਵੀਜ਼ੀਬਲ ਬਾਈ 4 ਕਹਿ ਸਕਦੇ ਹਾਂ ਤੇ ਜੇ ਇਹ ਡਿਵੀਜ਼ੀਬਲ 4 ਬਾਈ 4 ਹੈ ਤਾਂ ਇਹਦਾ ਮੋਡੂਲਸ ਵੀ ਡਿਵੀਜ਼ੀਬਲ ਬਾਈ 4 ਹੋਏਗਾ ਤੇ x z ਬਿਲੋਂਗਸ ਟੂ r। ਹੁਣ ਜਿਹੜੀ ਗੱਲ ਆਪਣੀ ਵਿਚਾਲੇ ਰਹਿ ਗਈ ਸੀ ਉਹ ਇਹ ਸੀ ਵੀ ਅਸੀਂ ਮੋਡੂਲਸ ਕਿਉਂ ਹਟਾਇਆ ਮੋਡੂਲਸ ਲੱਗੇ ਹੀ ਕਿਉਂ ਨਹੀਂ ਰਹਿਣ ਦਿੱਤਾ। ਜੇ ਅਸੀਂ ਮੋਡੂਲਸ ਲੱਗਿਆ ਰਹਿਣ ਦਿੰਦੇ ਤਾਂ ਇੱਥੇ ਜਦੋਂ ਅਸੀਂ ਸਮ ਕਰਨਾ ਸੀ ਉੱਥੇ y ਕੈਂਸਲ ਨਹੀਂ ਸੀ ਕਰ ਸਕਦੇ ਜਿੰਨਾ ਚਿਰ ਉਹ ਮੋਡੂਲਸ ਤੋਂ ਬਾਹਰ ਨਹੀਂ ਸੀ ਆਉਣਾ ਉਹਨਾਂ ਚਿਰ ਇੱਥੇ y ਨੂੰ ਕੈਂਸਲ ਨਹੀਂ ਸੀ ਕਰ ਸਕਣਾ ਸੀ ਠੀਕ ਹੈ ਨਾ। ਤਾਂ ਕਰਕੇ ਅਸੀਂ ਉਹਨਾਂ ਨੂੰ ਮੋਡੂਲਸ ਤੋਂ ਬਾਹਰ ਕੱਢ ਲਿਆ ਤਾਂ ਕਿ ਅਸੀਂ ਜਦੋਂ ਅਸੀਂ ਇਹਨਾਂ ਨੂੰ ਜੋੜੀਏ ਤਾਂ y ਪਲੱਸ ਦਾ ਤੇ y ਮਾਈਨਸ ਦਾ ਆਪਸ 'ਚ ਕੈਂਸਲ ਹੋ ਜਾਵੇ। ਤਾਂ ਇਸੇ ਤਰ੍ਹਾਂ ਇੱਥੇ ਟ੍ਰਾਂਜ਼ਿਟਿਵਿਟੀ ਵਾਸਤੇ ਸਾਨੂੰ ਇਹਨੂੰ ਹਮੇਸ਼ਾ ਬਾਹਰ ਕੱਢਣਾ ਪਏਗਾ ਜੇ ਸਾਨੂੰ ਮੋਡੂਲਸ ਦਿੱਤਾ ਹੋਇਆ ਹੈ ਤਾਂ ਕਿਉਂਕਿ ਇੱਥੇ y ਦੀ ਕੈਂਸਲਾਈਜੇਸ਼ਨ ਕਰਨੀ ਹੈ। ਜੇ ਅਸੀਂ ਇਸੇ ਤਰ੍ਹਾਂ ਲਿਖ ਲਿਆ ਇਹਨੂੰ ਮੰਨ ਲਓ ਐਂ ਲਿਖ ਦਿੰਦੇ x ਮਾਈਨਸ y ਪਲੱਸ y ਮਾਈਨਸ z ਦਾ ਮੋਡੂਲਸ ਇਕੁਅਲਸ ਟੂ 4n ਪਲੱਸ 4m ਹੁਣ ਸਾਡੇ ਲਈ ਸਮੱਸਿਆ ਪੈਦਾ ਹੋ ਜਾਣੀ ਸੀ ਵੀ ਇਹ ਕੈਂਸਲ ਨਹੀਂ ਸੀ ਹੋਣੇ ਇਹਦੇ ਤੋਂ ਸਾਨੂੰ ਆਹ ਚੀਜ਼ ਪ੍ਰਾਪਤ ਨਹੀਂ ਹੋਣੀ ਸੀ ਇਹ ਨਹੀਂ ਸੀ ਸਾਡਾ ਮੁਸ਼ਕਿਲ ਹੋ ਜਾਣਾ ਸੀ ਤਾਂ ਇਹਨਾਂ ਨੂੰ ਬਾਹਰ ਕੱਢ ਕੇ ਅਸੀਂ ਲਿਖਿਆ ਤਾਂ ਕਿ ਅਸੀਂ ਇਹਨਾਂ ਨੂੰ ਈਜ਼ੀਲੀ ਕੈਂਸਲ ਕਰ ਪਾਈਏ। ਤਾਂ ਇਸ ਤਰ੍ਹਾਂ ਇਹ ਟ੍ਰਾਂਜ਼ਿਟਿਵ ਵੀ ਹੋ ਗਿਆ ਇਹਦਾ ਮਤਲਬ r ਕੀ ਹੋ ਗਿਆ ਇੱਕ ਇਕੁਇਵਲੈਂਸ ਰਿਲੇਸ਼ਨ। ਨੈਕਸਟ ਹੈਗਾ ਐਗਜ਼ਾਮਪਲ 9 ਸ਼ੋ ਦੈਟ relation R on set 1 2 3 4 5 given by AB ਕਿੱਦਾਂ ਦਾ A minus B ਦਾ ਮੋਡੂਲਸ is even A minus B ਦਾ ਮੋਡੂਲਸ is even। ਹੁਣ A1 ਕੀ ਹੁੰਦਾ ਜੇ ਇਹਦੀ ਥਾਂ ਤਾਂ ਐ ਲਿਖ ਦਿੰਦੇ ਤਾਂ ਵੀ ਇੱਕੋ ਹੀ ਗੱਲ ਸੀ A minus B is divisible by 2
ਉਹੀ ਸਵਾਲ ਹੈ, ਦੇਖੋ ਡਿਵੀਜ਼ੀਬਲ ਬਾਈ 2 ਹੈ, ਈਵਨ ਨੰਬਰ ਕੀ ਹੁੰਦੇ ਸਾਰੇ 2 ਨਾਲ ਡਿਵੀਜ਼ੀਬਲ ਹੁੰਦੇ ਆ, ਉੱਤੇ 4 ਨਾਲ ਡਿਵੀਜ਼ੀਬਲ ਸੀ, ਇੱਥੇ 2 ਨਾਲ ਡਿਵੀਜ਼ੀਬਲ ਹੈ, ਯਾਨੀ ਕੁਐਸਚਨ ਉਹੀ ਹੈ। ਕੁੱਲ ਮਿਲਾ ਕੇ ਉੱਪਰ ਸੀਗਾ ਸਾਡੇ ਕੋਲੇ ਇਸੇ ਤਰ੍ਹਾਂ ਦਾ 4 ਡਿਵਾਈਡਸ a ਮਾਈਨਸ b, ਜਾਂ ਕਹਿ ਲਓ a ਮਾਈਨਸ b ਮੋਡੂਲਸ ਇਜ਼ ਡਿਵੀਜ਼ੀਬਲ ਬਾਈ 4, ਜਾਂ a ਮਾਈਨਸ b ਮੋਡੂਲਸ ਇਜ਼ ਮਲਟੀਪਲ ਆਫ 4। ਅਸੀਂ ਗੱਲ ਕਰੀ ਸੀ ਸਾਰੀ ਇੱਕੋ ਹੀ ਚੀਜ਼ ਹੁੰਦੀ ਹੈ। ਹੁਣ ਇੱਥੇ ਕੀ ਹੈ, ਇਜ਼ ਇਵਨ, ਇਹਦਾ ਮਤਲਬ a ਮਾਈਨਸ b ਮੋਡੂਲਸ ਇਜ਼ ਡਿਵੀਜ਼ੀਬਲ ਬਾਈ 2 ਹੈ, ਇਹ ਮਤਲਬ ਹੈ, ਠੀਕ ਹੈ ਨਾ। ਜਾਂ ਕਹਿ ਲਓ 2 ਡਿਵਾਈਡਸ ਦਿਸ, ਇਸ ਤਰ੍ਹਾਂ ਲਿਖ ਲਓ, ਇੱਕੋ ਹੀ ਗੱਲ ਹੈ। ਇਜ਼ ਐਨ ਇਕੁਅਲੈਂਸ ਰਿਲੇਸ਼ਨ, ਪਹਿਲਾਂ ਤਾਂ ਆਪ ਪ੍ਰੂਵ ਕਰਨਾ ਹੈ। ਫਿਰ ਦੂਸਰੀ ਗੱਲ ਇਹ ਸ਼ੋ ਕਰਨੀ ਹੈ, ਸ਼ੋ ਦੈਟ ਆਲ ਐਲੀਮੈਂਟਸ 1 3 5 1 3 5 ਇਸ ਸੈਟ ਦੇ ਸਾਰੇ ਐਲੀਮੈਂਟਸ ਆਰ ਰਿਲੇਟਡ ਟੂ ਈਚ ਅਦਰ and all elements of 2 4 are related to each other, but no element of 1 3 5 is related to 2 4। ਆ ਚੀਜ਼ ਐਕਸਟਰਾ ਇਹ 'ਚ ਪ੍ਰੂਵ ਕਰਨੀ ਹੈ, ਠੀਕ ਹੈ। ਤਾਂ ਉੱਪਰ ਤਾਂ ਉਵੇਂ ਹੀ ਚੱਲੂਗਾ, ਦੇਖੋ ਸਾਰਾ ਸਵਾਲ a ਮਾਈਨਸ b ਇਵਨ ਨੰਬਰ, ਅਸੀਂ ਕੀ ਹੈ a ਲਿਖ ਕੇ ਦੇਖਿਆ, ਕਰਿਆ ਕਿ 0 ਆ ਗਿਆ, ਤਾਂ 0 ਦਾ ਮੋਡੂਲਸ ਵੀ 0 ਹੁੰਦਾ, ਇੱਥੇ ਮੋਡੂਲਸ ਪਾ ਹੀ ਲਓ ਭਾਵੇਂ, ਠੀਕ ਹੈ ਨਾ। 0 ਮਾਈਨਸ 0 a ਮਾਈਨਸ a ਇਕੁਅਲਸ ਟੂ 0, ਇਹ ਵੀ ਇਵਨ ਨੰਬਰ ਹੈ, 2 ਨਾਲ ਡਿਵੀਜ਼ੀਬਲ ਹੈ ਨਾ। ਤਾਂ ਫਿਰ ਇਹਦਾ ਮਤਲਬ a ਬਿਲੋਂਗਸ ਟੂ r ਹੋ ਗਿਆ, ਤੇ ਇਹਦਾ ਮਤਲਬ r ਇਜ਼ ਰਿਫਲੈਕਸਿਵ। ਫਿਰ ਉਸੇ ਤਰ੍ਹਾਂ ਸਿਮੈਟ੍ਰਿਕ ਪ੍ਰੂਵ ਕਰਨ ਵਾਸਤੇ a ਮਾਈਨਸ b ਇਜ਼ ਐਨ ਇਵਨ ਨੰਬਰ, ਇਹਦਾ ਮਤਲਬ a ਮਾਈਨਸ b ਦਾ ਮੋਡੂਲਸ ਅਸੀਂ 2n ਲਿਖ ਸਕਦੇ ਹਾਂ, ਤੇ ਜੇ b ਮਾਈਨਸ a ਕਰੀਏ ਤਾਂ ਉਹਦਾ ਮੋਡੂਲਸ ਵੀ 2n ਨਹੀਂ ਆਏਗਾ। ਇਹਦਾ ਮਤਲਬ b ਮਾਈਨਸ a ਇਜ਼ ਐਨ ਇਵਨ ਨੰਬਰ, ਇਹਦਾ ਮਤਲਬ ba ਬਿਲੋਂਗਸ ਟੂ r, ਇਹਦਾ ਮਤਲਬ r ਇਜ਼ ਸਿਮੈਟ੍ਰਿਕ। ਯਾਨੀ ਐਵੇਂ ਥੋੜਾ ਫਾਸਟ ਇਸੇ ਕਰਕੇ ਕਰਤਾ ਵੀ ਉੱਪਰ ਵਾਲੇ ਸਵਾਲ ਹੈ 4 ਦੀ ਥਾਂ ਤੇ 2 ਆ ਗਿਆ ਬਸ। ਉਸੇ ਤਰ੍ਹਾਂ ਹੀ ਇੱਥੇ ਆ ਮੋਡੂਲਸ ਨੂੰ ਅਸੀਂ ਲੈ ਕੇ ਚੱਲੇ ਆ, ਹੈ ਨਾ। ਫਿਰ ਮੋਡੂਲਸ ਹਟਾ ਕੇ ਇਕੁਅਲਸ ਟੂ 2m ਤੇ 2n ਲੈ ਲਏ ਹੈਗੇ ਆ। ਫਿਰ ਇਹਨਾਂ ਦਾ ਸਮ ਕੀਤਾ 2m ਪਲੱਸ 2n, ਇਹ ਜੋ 2 ਕਾਮਨ ਕੱਢਿਆ m ਪਲੱਸ n, ਤੇ 2 ਦਾ ਮਲਟੀਪਲ ਹੋ ਗਿਆ, 2 ਦਾ ਮਲਟੀਪਲ ਹੋ ਗਿਆ ਤਾਂ ਇੰਟੀਜਰ, ਇਵਨ ਇੰਟੀਜਰ ਹੋ ਗਿਆ। ਇਵਨ ਇੰਟੀਜਰ ਹੋ ਗਿਆ ਤਾਂ ਇਹਦਾ ਮੋਡੂਲਸ ਵੀ ਇੰਟੀਜਰ ਹੋਏਗਾ, ਠੀਕ ਹੈ ਨਾ। ਇਵਨ ਨੈਚੁਰਲ ਨੰਬਰ ਹੋਏਗਾ, ਬਲਕਿ ਇੰਟੀਜਰ ਤਾਂ ਹੈਗਾ ਹੀ ਹੈ, ਜੇ ਅਸੀਂ ਮੋਡੂਲਸ ਲੈ ਲਈ ਤਾਂ ਇਵਨ ਨੈਚੁਰਲ ਨੰਬਰ ਆ ਜਾਏਗਾ। ਤਾਂ ac ਕੀ ਹੋ ਜਾਏਗਾ, ਬਿਲੋਂਗਸ ਟੂ r, ਤਾਂ r ਕੀ ਹੋ ਗਿਆ, ਟ੍ਰਾਂਜ਼ਿਟਿਵ। ਇਹਦਾ ਮਤਲਬ r ਇਜ਼ ਐਨ ਇਕੁਅਲੈਂਸ। ਹੁਣ ਗੱਲ ਕਰੀਏ ਵੀ ਐਸ ਦੇ ਵਿੱਚੋਂ ਕਿਹੜੇ ਕਿਹੜੇ ਐਲੀਮੈਂਟ ਕਿਹਦੇ ਨੇ। ਹੁਣ ਅਸੀਂ ਮਾਈਨਸ ਕਰਕੇ ਇਵਨ ਨੰਬਰ ਕੱਢਣਾ, ਦੇਖੋ ਆ ਦੇਖੋ ਨਾ, ਇਹ ਚੋਂ a b ਕਿੱਦਾਂ ਦੇ ਲੈਣੇ, ਅਸੀਂ a b ਇਦਾਂ ਦੇ ਲੈਣੇ ਆ ਵੀ ਉਹਨਾਂ ਨੂੰ ਮਾਈਨਸ ਕਰੇ ਤਾਂ ਇਵਨ ਆ ਗਏ। ਹੁਣ ਕਦੇ ਵੀ ਇਵਨ ਤੇ ਔਡ ਨੰਬਰ ਦਾ ਮਾਈਨਸ ਕਰੇ ਤਾਂ ਇਵਨ ਨਹੀਂ ਆਉਂਦਾ, ਇਵਨ ਤੇ ਔਡ ਦਾ ਮਾਈਨਸ ਹਮੇਸ਼ਾ ਔਡ ਆਉਂਦਾ। ਇਵਨ ਤੇ ਇਵਨ ਦਾ ਮਾਈਨਸ ਇਵਨ ਹੁੰਦਾ ਹੈ, ਔਡ ਤੇ ਔਡ ਦਾ ਮਾਈਨਸ ਇਵਨ ਹੁੰਦਾ। 1 ਤੇ 3 ਨੂੰ ਮਾਈਨਸ ਕਰੋ 2 ਆਏਗਾ, 3 ਤੇ 5 ਨੂੰ ਮਾਈਨਸ ਕਰੋ 2 ਆਏਗਾ, 1 ਤੇ 5 ਨੂੰ ਮਾਈਨਸ ਕਰੋ 4 ਆਏਗਾ, ਸਾਰੇ ਇਵਨ ਆਉਂਦੇ ਆ। 1 ਤੇ 2 ਨੂੰ ਮਾਈਨਸ ਕਰੇ ਤਾਂ ਇਵਨ ਨਹੀਂ ਆਉਂਦਾ, ਨਾ ਹੀ 2 ਤੇ 5 ਨੂੰ ਮਾਈਨਸ ਕਰੇ ਤਾਂ ਇਵਨ ਆਉਂਦਾ। ਇਹਦਾ ਮਤਲਬ 1 3 5 ਇਹ ਆਪਸ 'ਚ ਰਿਲੇਟਡ ਹੋਣਗੇ, ਕਿਉਂਕਿ ਇਹਨਾਂ ਦਾ ਡਿਫਰੈਂਸ ਇਵਨ ਨੰਬਰ ਆਏਗਾ ਹਮੇਸ਼ਾ। ਤੇ ਇਸੇ ਤਰ੍ਹਾਂ 2 ਤੇ 4 ਦੋਨੇ ਇਵਨ ਹੈ, ਇਹਨਾਂ ਦਾ ਵੀ ਡਿਫਰੈਂਸ ਇਵਨ ਆਏਗਾ। ਇਹਨਾਂ ਦਾ ਆਪਸ 'ਚ ਕਦੇ ਰਿਲੇਸ਼ਨ ਨਹੀਂ ਬਣੇਗਾ, 1 ਦਾ 2 ਨਾਲ ਨਹੀਂ ਕਦੇ ਬਣ ਸਕਦਾ, 1 ਦਾ 4 ਨਾਲ ਨਹੀਂ ਬਣ ਸਕਦਾ, ਕਿਉਂਕਿ 1 ਤੇ 2 ਦਾ ਡਿਫਰੈਂਸ ਔਡ ਹੋ ਗਿਆ, 1 ਤੇ 4 ਦਾ ਡਿਫਰੈਂਸ ਔਡ ਹੋ ਗਿਆ, 3 ਤੇ 2 ਦਾ ਡਿਫਰੈਂਸ ਔਡ ਹੋ ਗਿਆ, 3 ਤੇ 4 ਦਾ ਡਿਫਰੈਂਸ ਔਡ ਹੋ ਗਿਆ। ਇਸੇ ਤਰ੍ਹਾਂ 5 ਤੇ 3 ਇਹਨਾਂ ਦਾ ਡਿਫਰੈਂਸ ਔਡ ਹੋ ਗਿਆ। ਤਾਂ ਆਹੀ ਗੱਲ ਅਸੀਂ ਇੱਥੇ ਲਿਖਿਆ, ਵੀ ਨੋ ਦੈਟ modulus of a minus b will be even if either both a and b are even or both are odd। ਜਾਂ ਤਾਂ ਦੋਨੇ even ਹੋਣ ਜਾਂ ਦੋਨੇ odd ਹੋਣ, ਤਾਂ ਹੀ ਇਹਨਾਂ ਦਾ ਜਿਹੜਾ ਆਨਸਰ ਹੈ even ਨੰਬਰ ਆਏਗਾ। ਇਸ ਲਈ all elements of a 1 2 3 1 3 5 are related to each other and all elements of 2 4 are related to each other, ਠੀਕ ਹੈ ਕਿ ਨਹੀਂ। ਤਾਂ ਜੇ ਅਸੀਂ ਇਹਨਾਂ ਦੋਹਾਂ 'ਚੋਂ ਕੋਈ ਇੱਕ ਵੀ ਇਵਨ ਇੱਕ ਔਡ ਲੈ ਲਈਏ ਤਾਂ ਉਹਨਾਂ ਦਾ ਆਨਸਰ ਕੀ ਆਏਗਾ, ਔਡ ਆਏਗਾ। ਇਸ ਕਰਕੇ ਇਹਦਾ ਰਿਲੇਸ਼ਨ ਕਦੇ ਵੀ ਇਹਨਾਂ ਨਾਲ ਨਹੀਂ ਬਣੇਗਾ, 1 3 5 ਦਾ ਰਿਲੇਸ਼ਨ ਕਦੇ ਇਵਨ ਨੰਬਰਸ ਨਾਲ ਨਹੀਂ ਬਣੇਗਾ, ਤਾਂ ਇਵਨ ਵਾਲਿਆਂ ਦਾ ਕਦੇ ਰਿਲੇਸ਼ਨ ਔਡ ਵਾਲਿਆਂ ਨਾਲ ਨਹੀਂ ਬਣੇਗਾ। ਆਹ ਵਾਲਾ ਰਿਲੇਸ਼ਨ, ਹੋਰ ਕੋਈ ਰਿਲੇਸ਼ਨ ਤਾਂ ਬਣ ਸਕਦਾ, ਪਰ ਆਹ ਵਾਲਾ ਰਿਲੇਸ਼ਨ ਨਹੀਂ ਬਣਦਾ ਵੀ ਇਹਨਾਂ ਨੂੰ ਮਾਈਨਸ ਕਰੇ ਤਾਂ ਇਵਨ ਨੰਬਰ ਆ, ਠੀਕ ਹੈ। ਸੋ ਆਹ ਚੀਜ਼ ਥੋੜ੍ਹੀ ਜਿਹੀ ਬੋਲ ਕੇ ਮੈਂ ਤੁਹਾਨੂੰ ਸਮਝਾਤੀ, ਲਿਖਣ ਵੇਲੇ ਆ 4 ਲਾਈਨਾਂ ਤੁਹਾਨੂੰ ਇਸ ਤਰ੍ਹਾਂ ਲਿਖ ਦੇਣੀਆਂ ਜਿਹਨਾਂ ਨੂੰ ਪੇਪਰ ਚਾਹੀਏ, ਠੀਕ ਹੈ। ਤਾਂ ਨੈਕਸਟ ਹੈਗਾ, ਇਫ ਆਰ ਇਜ਼ ਰਿਲੇਸ਼ਨ ਇਨ n ਕ੍ਰਾਸ n ਡਿਫਾਈਨਡ ਬਾਏ, ਹੁਣ n ਕ੍ਰਾਸ n ਕੀ, n ਤਾਂ ਤੁਹਾਨੂੰ ਪਤਾ, n ਤਾਂ ਤੁਹਾਨੂੰ ਪਤਾ ਨਾ, n ਕੀ ਹੁੰਦਾ 1 2 3 4 5 ਐਂਡ ਸੋ ਔਨ। ਤੇ n ਕ੍ਰਾਸ n ਕੀ ਹੁੰਦਾ ਤੁਹਾਨੂੰ ਇਹਦਾ ਵੀ ਪਤਾ ਹੋਣਾ ਚਾਹੀਦਾ,
n क्रॉस n ਦੇ ਵਿੱਚ ਤੁਹਾਨੂੰ ਪਤਾ ਇਦਾਂ ਦੇ ਐਲੀਮੈਂਟ ਹੋਣਗੇ। 1 ਦਾ ਪਹਿਲਾਂ ਸਾਰਿਆਂ ਨਾਲ ਰਿਲੇਸ਼ਨ ਬਣੇਗਾ 1 1 1 2 ਇਦਾਂ ਚੱਲਦੇ ਚੱਲਦੇ। ਫਿਰ 2 ਵਾਲਿਆਂ ਦਾ 2 ਦਾ ਰਿਲੇਸ਼ਨ ਬਣੇਗਾ 2 1 2 2 ਇਸ ਤਰ੍ਹਾਂ 2 3 2 4 ਇਹ ਸਾਰੇ ਇਹ ਇਦਾਂ ਦੇ ਐਲੀਮੈਂਟ ਹੋਣਗੇ ਇਹਦੇ ਵਿੱਚ। n क्रॉस n 'ਚ ਕਿੱਦਾਂ ਦੇ ਐਲੀਮੈਂਟ ਹੋਣਗੇ? ਆਰਡਰਡ ਪੇਅਰ ਟਾਈਪ, ਕਿਉਂਕਿ ਇਹ ਕਾਰਟੇਜ਼ਨ ਪ੍ਰੋਡਕਟ ਦਿੱਤਾ ਹੋਇਆ। ਠੀਕ ਹੈ ਨਾ। ਤਾਂ ਡਿਫਾਈਨਡ ਬਾਏ ਏ ਬੀ ਇਜ਼ ਰਿਲੇਟਡ। ਹੁਣ ਇਹਦੇ ਐਲੀਮੈਂਟਸ ਤੇ ਕਿਉਂਕਿ ਇਸ ਸੈੱਟ ਦੇ ਉੱਤੇ ਡਿਫਾਈਨਡ ਆ ਇਹ ਐਲੀਮੈਂਟ, ਤਾਂ ਇਹਦੇ ਸੌਰੀ ਇਸ ਸੈੱਟ ਤੇ ਡਿਫਾਈਨਡ ਹੈ ਰਿਲੇਸ਼ਨ, ਇਸ ਕਰਕੇ ਇਸ ਰਿਲੇਸ਼ਨ ਦੇ ਵਿੱਚ ਐਲੀਮੈਂਟਸ ਕਿੱਦਾਂ ਦੇ ਹੋਣਗੇ? ਆਰਡਰਡ ਪੇਅਰ ਟਾਈਪ ਹੋਣਗੇ। ਤਾਂ ਪਹਿਲਾ ਆਰਡਰਡ ਪੇਅਰ ਦੂਜੇ ਆਰਡਰਡ ਪੇਅਰ ਨਾਲ ਰਿਲੇਟਡ ਕਦੋਂ ਹੋਏਗਾ? ਜੇ ਏ ਤੇ ਡੀ ਦਾ ਜੋੜ, ਯਾਨੀ ਪਹਿਲੇ ਦਾ ਇਹਦਾ ਪਹਿਲਾ ਤੇ ਇਹਦਾ ਦੂਜਾ ਜੁੜ ਕੇ, ਇਹਦਾ ਦੂਜਾ ਤੇ ਇਹਦਾ ਪਹਿਲਾ ਜੁੜ ਕੇ ਬਰਾਬਰ ਹੋਣ, ਫਿਰ ਇਹ ਇੱਕ ਦੂਜੇ ਨਾਲ ਰਿਲੇਟ ਹੋਣਗੇ। ਜਿਵੇਂ ਆਪਾਂ ਐਗਜ਼ਾਮਪਲ ਲੈ ਲਈਏ ਸਿੰਪਲ ਜਿਹਾ ਕੋਈ ਇਹਦੇ ਨਾਲ ਦਾ, ਵੀ ਜਿਵੇਂ ਅਸੀਂ ਲੈ ਲਈਏ 1 3 ਹੈ ਨਾ, ਦੂਜੇ ਪਾਸੇ ਅਸੀਂ ਲੈ ਲਈਏ 2 4। ਹੁਣ ਦੇਖੋ 1 ਤੇ 4 ਦਾ ਸਮ ਕਿੰਨਾ ਹੈ? 5। 3 ਤੇ 2 ਦਾ ਸਮ ਕਿੰਨਾ ਹੈ? ਉਹ ਵੀ 5। ਇਹਦਾ ਮਤਲਬ ਆ ਇੱਕ ਦੂਜੇ ਨਾਲ ਰਿਲੇਟਡ ਹੈ। ਤਾਂ ਇਦਾਂ ਦੇ ਐਲੀਮੈਂਟਸ ਹੋਣਗੇ ਜਿਹਦੇ 'ਚ ਇਹਦਾ ਤੇ ਇਹਦਾ ਜੋੜ, ਇਹਦਾ ਤੇ ਇਹਦਾ ਜੋੜ ਆਪਸ 'ਚ ਬਰਾਬਰ ਹੋਣਗੇ। ਉਹ ਵਾਲੇ ਜੇ ਬਰਾਬਰ ਹੋ ਜਾਣ ਤਾਂ ਉਹ ਰਿਲੇਟਡ ਹੈਗੇ, ਨਹੀਂ ਤਾਂ ਉਹ ਰਿਲੇਟਡ ਨਹੀਂ ਹੈ। ਤਾਂ ਥੋੜ੍ਹਾ ਜਿਹਾ ਧਿਆਨ ਨਾਲ ਸਮਝਣਾ। ਤਾਂ ਇਦਾਂ ਦਾ ਹੋਣਾ ਚਾਹੀਦਾ। ਦੈਨ ਸ਼ੋ ਦੈਟ ਆਰ ਇਜ਼ ਐਨ ਇਕੁਅਲੈਂਸ ਰਿਲੇਸ਼ਨ। ਤਾਂ ਸ਼ੋ ਕਰੋ ਆਰ ਇੱਕ ਇਕੁਅਲੈਂਸ ਰਿਲੇਸ਼ਨ ਹੈ। ਤਾਂ ਏ ਬੀ ਸੀ ਡੀ ਆਰ ਦੇ ਵਿੱਚ ਦੋ ਇਦਾਂ ਦੇ ਆਪਸ 'ਚ ਰਿਲੇਟਡ ਹੋਣਗੇ। ਆ ਪਹਿਲਾ ਐਲੀਮੈਂਟ ਆ, ਦੂਜਾ ਐਲੀਮੈਂਟ ਹੈ। ਕਦੋਂ ਹੋਣਗੇ? ਜੇ ਏ ਪਲੱਸ ਡੀ ਇਜ਼ ਇਕੁਅਲ ਟੂ ਬੀ ਪਲੱਸ ਸੀ ਹੋਵੇ, ਵੇਅਰ ਏ ਬੀ ਤੇ ਸੀ ਡੀ ਕੀ ਨੇ? ਐਲੀਮੈਂਟਸ ਆਫ n क्रॉस n। ਤਾਂ ਰਿਫਲੈਕਸੀਵਿਟੀ 'ਚ ਕੀ ਕਰਦੇ ਹੁੰਦੇ ਅਸੀਂ? ਪਹਿਲਾ ਐਲੀਮੈਂਟ ਹੀ ਦੋ ਵਾਰੀ ਲਿਖਣ ਦੀ ਕੋਸ਼ਿਸ਼ ਕਰਦੇ ਹਾਂ ਕਿ ਏ ਬੀ ਨਾਲ ਰਿਲੇਟਡ ਹੈ ਕਿ ਨਹੀਂ। ਤਾਂ ਅਸੀਂ ਇੱਕ ਐਲੀਮੈਂਟ ਲੈ ਲਿਆ ਏ ਬੀ, ਤਾਂ ਕੀ ਕਰ ਸਕਦੇ ਹਾਂ? ਜੇ ਏ ਪਲੱਸ ਬੀ ਕਰੀਏ ਤੇ ਉਹ ਬੀ ਪਲੱਸ ਏ ਦੇ ਬਰਾਬਰ ਹੋਏਗਾ। ਯਾਨੀ ਪਹਿਲੇ ਦਾ ਏ ਬੀ ਦੋ ਵਾਰੀ ਲਿਖ ਲਿਆ ਸੀ, ਇੱਥੇ ਇਸ ਤਰ੍ਹਾਂ ਲਿਖ ਲਿਆ। ਏ ਬੀ ਇਜ਼ ਰਿਲੇਟਡ ਟੂ ਏ ਬੀ ਕਦੋਂ ਹੋਏਗਾ? ਜਦੋਂ ਇਹਦਾ ਪਹਿਲਾ ਤੇ ਇਹਦਾ ਦੂਜਾ ਆਪਸ 'ਚ ਜੋੜੀਏ ਏ ਪਲੱਸ ਬੀ, ਇਹਦਾ ਦੂਜਾ ਤੇ ਇਹਦਾ ਪਹਿਲਾ ਆਪਸ 'ਚ ਜੋੜੀਏ ਯਾਨੀ ਬੀ ਪਲੱਸ ਏ। ਇਹ ਹੁੰਦਾ ਹੀ ਹੈ। ਏ ਤੇ ਬੀ ਦਾ ਜੋੜ ਨੈਚੁਰਲ ਨੰਬਰ ਹੈ ਨਾ। ਨੈਚੁਰਲ ਨੰਬਰ ਦੇ ਵਿੱਚ ਏ ਤੇ ਬੀ ਨੂੰ ਜੋੜੋ ਜਾਂ ਬੀ ਤੇ ਏ ਨੂੰ ਜੋੜੋ, ਕੋਈ ਫਰਕ ਪੈ ਜਾਊਗਾ? ਕੋਈ ਫਰਕ ਨਹੀਂ ਪੈਂਦਾ। 1 2 ਇਹਦੀ ਥਾਂ ਤੇ ਕੋਈ ਨੰਬਰ ਲੈ ਕੇ ਕਰ ਲਓ ਤੁਸੀਂ। ਇਹਦੇ ਥਾਂ 2 3 ਲੈ ਲਈਏ ਆਪਾਂ, ਦੋ ਨੈਚੁਰਲ ਨੰਬਰ ਲੈ ਲਏ। ਇਜ਼ ਰਿਲੇਟਡ ਟੂ 2 3 ਹੋਏਗਾ। ਕਿਉਂ ਹੋਏਗਾ? 2 ਤੇ 3 ਦਾ ਜੋੜ ਕਰ ਲਓ, ਤੇ 3 ਦਾ 2 ਦਾ ਜੋੜ ਕਰ ਲਓ, ਇੱਕੋ ਹੀ ਆਏਗਾ। 2 ਤੇ 3 ਦਾ ਜੋੜ 5 ਹੁੰਦਾ ਤੇ 3 ਤੇ 2 ਦਾ ਜੋੜ ਵੀ 5 ਹੁੰਦਾ। ਤਾਂ ਆਹੀ ਹੋ ਗਿਆ। ਤਾਂ ਇਹਦਾ ਮਤਲਬ ਏ ਬੀ ਇਜ਼ ਰਿਲੇਟਡ ਟੂ ਏ ਬੀ, ਇਹਦਾ ਮਤਲਬ ਆਰ ਇਜ਼ ਰਿਫਲੈਕਸਿਵ। ਦੂਸਰਾ ਹੈਗਾ ਸਿਮੈਟਰੀ। ਸਿਮੈਟਰੀ ਅਸੀਂ ਲੈ ਲਿਆ ਏ ਬੀ ਇਜ਼ ਰਿਲੇਟਡ ਟੂ ਸੀ ਡੀ। ਏ ਬੀ ਜੇ ਸੀ ਡੀ ਨਾਲ ਰਿਲੇਟਡ ਹੈ ਤਾਂ ਕੀ ਹੋ ਸਕਦਾ ਹੋਏਗਾ? ਏ ਪਲੱਸ ਡੀ ਇਕੁਅਲਸ ਟੂ ਬੀ ਪਲੱਸ ਸੀ ਹੋਏਗਾ, ਅਕੋਰਡਿੰਗ ਟੂ ਦਾ ਕੰਡੀਸ਼ਨ ਆਫ ਰਿਲੇਸ਼ਨ ਹੈ ਨਾ। ਰਿਲੇਸ਼ਨ ਦੀ ਜਿਹੜੀ ਕੰਡੀਸ਼ਨ ਆ ਉਹਦੇ ਅਕੋਰਡਿੰਗਲੀ ਇਹ ਚੀਜ਼ ਬਣੇਗੀ। ਹੁਣ ਅਸੀਂ ਇਹਨੂੰ ਜੇ ਉਲਟਾ ਦਈਏ, ਬੀ ਨੂੰ ਮੂਹਰੇ ਲਿਖ ਲਈਏ, ਡੀ ਨੂੰ ਮੂਹਰੇ ਲਿਖ ਲਈਏ, ਏ ਨੂੰ ਮਗਰ ਲਿਖ ਲਈਏ, ਇੱਧਰ ਸੀ ਨੂੰ ਅੱਗੇ ਲਿਖ ਲਈਏ ਤੇ ਬੀ ਨੂੰ ਪਿੱਛੇ ਲਿਖ ਲਈਏ, ਤਾਂ ਕੀ ਬਣ ਗਿਆ? ਹੁਣ ਇਹ ਕਮਿਊਟੇਟਿਵ ਹੁੰਦੇ ਆ ਨਾ। ਇਹ ਕੀ ਸੀਗੇ? ਏ ਤੇ ਡੀ ਤੇ ਸੀ, ਇਹ ਨੈਚੁਰਲ ਨੰਬਰ ਸੀਗੇ, ਉਲਟ ਪੁਲਟ ਲਿਖ ਲਾਂਗੇ, ਕੋਈ ਫਰਕ ਨਹੀਂ ਪੈਣਾ ਆਨਸਰ ਦੇ ਵਿੱਚ, ਹੈ ਨਾ। ਤਾਂ ਫਿਰ ਕੀ ਹੋਇਆ? ਹੁਣ ਇਹਨੂੰ ਜਦੋਂ ਇਹਨੂੰ ਅਸੀਂ ਦੁਬਾਰਾ ਰਿਲੇਸ਼ਨ ਦੀ ਫਾਰਮ 'ਚ ਲਿਖਾਂਗੇ ਤਾਂ ਕੀ ਬਣ ਜੂਗਾ? ਇਹ ਸੀ ਬੀ ਨੂੰ ਇੱਧਰ ਲਿਖ ਲਿਆ, ਸੀ ਪਲੱਸ ਬੀ ਇਕੁਅਲਸ ਟੂ ਡੀ ਪਲੱਸ ਏ ਹੋ ਜਾਏਗਾ। ਹੁਣ ਸੀ ਪਲੱਸ ਐਸ ਟੀ ਦੇ ਬਰਾਬਰ ਹੈ ਤਾਂ ਇੱਧਰੋਂ ਸੀ ਤੇ ਏ ਐਂ ਲਵਾਂਗੇ ਨਾ, ਸੀ ਤੇ ਡੀ ਸੌਰੀ ਤੇ ਬੀ ਤੇ ਏ ਤੇ ਬੀ ਲਵਾਂਗੇ। ਤਾਂ ਸੀ ਡੀ ਇਜ਼ ਰਿਲੇਟਡ ਟੂ ਏ ਬੀ, ਉਲਟਾ ਹੋ ਗਿਆ। ਆਹ ਸਾਨੂੰ ਯਾਦ ਹੋਊਗਾ, ਤੁਹਾਨੂੰ ਯਾਦ ਰੱਖਣਾ ਪਊਗਾ ਵੀ ਆਹ ਜਿਹੜਾ ਪਹਿਲਾ ਹੈਗਾ ਸਾਡਾ, ਇਹ 4 ਐਲੀਮੈਂਟ ਆ ਨਾ। ਦੇਖੋ ਇਹਨੂੰ ਅਸੀਂ ਪਹਿਲਾ ਮੰਨੀਏ, ਇਹਨੂੰ ਦੂਜਾ, ਇਹਨੂੰ ਤੀਜਾ ਤੇ ਇਹਨੂੰ ਚੌਥਾ। ਪਹਿਲਾ ਤੇ ਚੌਥਾ ਜੁੜਦੇ ਆ, ਫਿਰ ਦੂਜਾ ਤੇ ਤੀਸਰਾ ਜੁੜਦੇ ਆ। ਤਾਂ ਇੱਥੇ ਤੁਸੀਂ ਦੇਖੋ, ਆਹ ਸਮਝ ਲਓ ਤੁਹਾਡਾ ਪਹਿਲਾ ਹੋ ਗਿਆ, ਆਹ ਚੌਥਾ ਹੋ ਗਿਆ, ਆਹ ਦੂਜਾ ਹੋ ਗਿਆ ਤੇ ਆਹ ਤੀਜਾ ਹੋ ਗਿਆ। ਇਹਨਾਂ ਨੂੰ ਹੁਣ ਸਹੀ ਕਰਕੇ ਲਿਖਦੇ ਸੀ ਡੀ, ਪਹਿਲਾਂ ਹੋਗਾ ਨਾ ਸੀ ਡੀ ਇਜ਼ ਰਿਲੇਟਡ ਟੂ ਕਿਹਦੇ ਆਏਗਾ? ਤੀਸਰਾ ਤੇ ਚੌਥਾ ਯਾਨੀ ਏ का। ਠੀਕ ਹੈ ਜੀ। ਤਾਂ ਇਹੀ ਇੱਥੇ ਚੀਜ਼ ਹੈਗੀ। ਦੇਖੋ 1 4 2 3 ਉਸੇ ਦੇ ਅਕੋਰਡਿੰਗਲੀ ਇਹਦਾ ਰਿਲੇਸ਼ਨ ਬਣਾਵਾਂਗੇ। ਠੀਕ ਹੈ। ਪਹਿਲਾਂ ਤਾਂ ਕੀ ਕਰਿਆ? ਉਲਟਾ ਕੇ ਸੱਜਾ ਪਾਸਾ ਖੱਬੇ ਪਾਸੇ ਲਿਖ ਲਿਆ, ਖੱਬਾ ਸੱਜੇ ਪਾਸੇ ਲਿਖ ਲਿਆ। ਠੀਕ ਹੈ ਨਾ। ਇਸ ਤਰ੍ਹਾਂ ਕਰਨ ਨਾਲ ਆਹ ਚੀਜ਼ ਦੁਬਾਰਾ ਬਣੀ। ਰੀਅਰੇਂਜਮੈਂਟ ਹੀ ਕੀਤਾ, ਜਿਹਨੇ ਨੰਬਰਸ ਨੂੰ ਉਲਟ ਪੁਲਟ ਕਰਕੇ ਦੁਬਾਰਾ ਲਿਖਿਆ, ਉਹਦੇ ਨਾਲ ਸਾਡਾ ਆਹ ਚੀਜ਼ ਪ੍ਰੂਫ ਹੋ ਗਈ।
ठीक है, ਇਹਦਾ ਮਤਲਬ ਆਰ ਕੀ ਹੈ, ਸਿਮੈਟ੍ਰਿਕ ਹੈ। ਹੁਣ ਇਸੇ ਤਰ੍ਹਾਂ ਟ੍ਰਾਂਜ਼ਿਟਿਵਿਟੀ ਪ੍ਰੂਵ ਕਰਨ ਵਾਸਤੇ ਲੈਟ ਕਰਦੇ ਹਾਂ ਅਸੀਂ ਪਹਿਲਾ ਐਲੀਮੈਂਟ ਦੂਜੇ ਨਾਲ ਰਿਲੇਟਡ ਹੈ ਤੇ ਦੂਜਾ ਕਿਸੇ ਤੀਸਰੇ ਨਾਲ ਰਿਲੇਟਡ ਹੈ। ਜੇ ਇਸ ਤਰ੍ਹਾਂ ਹੈ ਤਾਂ ਕੀ ਹੋ ਜਾਏਗਾ ਫਿਰ a plus d equal to b plus c होएगा, इधर की हो जाएगा c plus f equal to d plus e हो जाएगा। ठीक है, दोहां ਨੂੰ ਜੋੜ ਦਿਓ ਤਾਂ ਲੈਫਟ ਹੈਂਡ ਸਾਈਡ ਜੁੜ ਜਾਏਗੀ, a d c ਤੇ f ਜੁੜ ਜਾਣਗੇ, ਇੱਧਰ b c ਤੇ d ਤੇ e ਜੁੜ ਜਾਣਗੇ। ਠੀਕ ਹੈ ਕਿ ਐ ਜੁੜਨ ਤੋਂ ਬਾਅਦ ਕੀ ਹੋਇਆ ਦੇਖੋ, ਕੁਝ ਕੈਂਸਲ ਹੁੰਦਾ, c ਨਾਲ c ਕੈਂਸਲ ਹੋ ਜਾਏਗਾ, d ਨਾਲ d ਕੈਂਸਲ ਹੋ ਜਾਏਗਾ, ਰਹਿ ਕੀ ਜਾਊਗਾ a plus f ਇਕੁਅਲਸ ਟੂ b ਪਲਸ c। ਹਾਂ ਹੁਣ ਕੀ ਹੈ ਤੁਹਾਡਾ ਆ ਪਹਿਲਾ ਚੌਥਾ ਤੇ ਦੂਸਰਾ ਤੀਸਰਾ, ਪਹਿਲੇ ਦੂਜੇ ਨੂੰ ਇਕੱਠਾ ਕਰ ਲਓ ਮੂਰੇ, ਤੀਸਰਾ ਚੌਥਾ ਇਕੱਠਾ ਕਰ ਲਓ ਇੱਥੇ। ਇਹਦਾ ਮਤਲਬ ਏ ਬੀ ਦਾ ਰਿਲੇਸ਼ਨ ਹੈ ਈ ਐਫ ਨਾਲ। ਅਸੀਂ ਲੈ ਕੇ ਚੱਲੇ ਸੀ ਏ ਬੀ ਦਾ ਸੀ ਡੀ ਨਾਲ ਰਿਲੇਸ਼ਨ ਹੈ, ਸੀ ਡੀ ਦਾ ਈ ਐਫ ਨਾਲ ਰਿਲੇਸ਼ਨ ਹੈ, ਤਾਂ ਅਸੀਂ ਪ੍ਰੂਵ ਕਰਤਾ ਏ ਬੀ ਇਜ਼ ਰਿਲੇਟਡ ਟੂ ਈ ਐਫ। ਠੀਕ ਹੈ, ਦੈਟ ਮੀਨਸ ਆਰ ਇਜ਼ ਟ੍ਰਾਂਜ਼ਿਟਿਵ। ਠੀਕ ਹੈ, ਥੋੜਾ ਜਿਹਾ ਇਹਦੇ 'ਚ ਜਿਹੜੀ ਕਨਫਿਊਜ਼ਨ ਪੈਦਾ ਹੁੰਦੀ ਆ ਉਹ ਇਸੇ ਵਜ੍ਹਾ ਨਾਲ ਹੁੰਦੀ ਹੈ ਵੀ ਆ ਜਿਹੜਾ ਸਾਡੇ ਕੋਲ ਸੈੱਟ ਦਿੱਤਾ ਹੋਇਆ ਇਹ n ਕ੍ਰਾਸ n ਸੈੱਟ ਦਿੱਤਾ ਹੋਇਆ, ਜਿਹਦੇ ਨਾਲ ਅਸੀਂ ਬਾਹਲੇ ਵਾਰੀ ਵਿਚਰੇ ਨਹੀਂ ਹਜੇ ਤੱਕ, ਥੋੜਾ ਜਿਹਾ ਇਹਦੇ ਨਾਲ ਰਿਲੇਟਡ ਕੰਮ ਕੀਤਾ ਹੋਇਆ, ਤਾਂ ਕਰਕੇ ਸਾਨੂੰ ਇਹਦੇ ਜਦੋਂ ਐਲੀਮੈਂਟਸ ਲੈਣੇ ਥੋੜਾ ਕਨਫਿਊਜ਼ਨ ਕਈ ਵਾਰੀ ਹੋ ਜਾਂਦਾ। ਪਰ ਜੇ ਥੋੜਾ ਜਿਹਾ ਧਿਆਨ ਨਾਲ ਸਮਝਿਆ ਜਾਵੇ ਇਸ ਤਰੀਕੇ ਨਾਲ, ਜਿਵੇਂ ਮੈਂ ਤੁਹਾਨੂੰ ਨੰਬਰ ਲਾ ਕੇ ਸਮਝਾਇਆ, ਜੇ ਇਸ ਤਰੀਕੇ ਨਾਲ ਤੁਸੀਂ ਇਹਨੂੰ ਸਮਝ ਲਓਗੇ ਤਾਂ ਜ਼ਿਆਦਾ ਦਿੱਕਤ ਨਹੀਂ ਆਏ। ਤੇ ਲਾਸਟ ਦਾ ਹੁਣ ਐਗਜ਼ਾਮਪਲ ਰਹੇਗਾ ਸਾਡੇ ਕੋਲੇ, ਐਗਜ਼ਾਮਪਲ 11। given a non-empty set x, consider px में पावर सेट ਆਪਾਂ ਲੈਂਦੇ ਯਾਦ ਕਰੋ ਪਿਛਲੇ ਸਾਲ, which is the set of all subset of x। ਪਾਵਰ ਸੈਟ ਕੀ ਹੁੰਦਾ, ਸੈਟ ਆਫ ਆਲ ਸਬਸੈਟ, x ਦੇ ਜਿੰਨੇ ਸਬਸੈਟ ਪੋਸੀਬਲ ਹੈ ਉਹਨਾਂ ਦਾ ਇੱਕ ਸੈੱਟ ਬਣਾਇਆ, ਉਹਨੂੰ ਅਸੀਂ ਪਾਵਰ ਸੈਟ ਕਹਿੰਦੇ। ਡਿਫਾਈਨ the relation R in Px as follows, ਇਸ ਤਰ੍ਹਾਂ ਡਿਫਾਈਨ ਕੀਤਾ ਹੋਇਆ ਸਬਸੈਟਸ A B, ਇਹਦੇ ਸਬਸੈਟ ਹੈ x ਦੇ, ਸਬਸੈਟ A B in Px। ਇਹਦੇ 'ਚ ਹੁਣ ਸਬਸੈਟ ਹੀ ਨਾ Px ਦੇ ਵਿੱਚ ਕੀ ਨੇ, x ਦੇ ਸਬਸੈਟ ਹੈ, ਤਾਂ A B x ਦੇ ਸਬਸੈਟ ਸੀਗੇ, ਉਹ P ਦੇ ਐਲੀਮੈਂਟ ਸੀਗੇ Px ਦੇ, ਤਾਂ A ਤੇ B ਰਿਲੇਟਡ ਕਦੋਂ ਹੋਣਗੇ, ਜਦੋਂ A B ਦਾ ਸਬਸੈਟ ਹੋਏਗਾ। ਯਾਨੀ ਆਹ ਸਾਡਾ ਰਿਲੇਸ਼ਨ ਹੈ, ਕੰਮ ਦੀ ਗੱਲ ਸਾਡੀ ਇੱਥੇ ਸ਼ੁਰੂ ਹੋਈ ਹੈ। R equals to AB, AB ਕੀ ਨੇ, ਸੈੱਟ ਨੇ, ਤੇ A is a subset of B ਹੋਵੇ ਤਾਂ ਆਹ ਰਿਲੇਸ਼ਨ ਬਣਦਾ, ਨਹੀਂ ਤਾਂ ਰਿਲੇਸ਼ਨ ਨਹੀਂ ਬਣਦਾ। ਤੇ AB ਕੀ ਨੇ, ਐਲੀਮੈਂਟਸ ਆਫ Px, ਐਲੀਮੈਂਟਸ ਆਫ Px ਕਿਉਂ, ਕਿਉਂਕਿ Px ਸੀਗਾ ਜਿਹੜਾ ਉਹ x ਦਾ ਸਬਸੈਟਸ ਦਾ ਸੈੱਟ ਸੀਗਾ, ਤੇ x ਦੇ ਜਿੰਨੇ ਸਬਸੈਟ ਸੀ ਉਹ Px ਦੇ ਕੀ ਨੇ, ਐਲੀਮੈਂਟਸ ਨੇ। ਠੀਕ ਹੈ, ਤਾਂ ਰਿਫਲੈਕਸੀਵਿਟੀ ਚੈੱਕ ਕਰਦੇ ਹਾਂ। ਇੱਕ ਐਲੀਮੈਂਟ ਲੈ ਲਿਆ ਅਸੀਂ A, ਅਸੀਂ ਦੇਖਦੇ ਹਾਂ ਇਹ ਦੋਹਾਂ ਥਾਵਾਂ ਤੇ A ਲਿਖਿਆ ਜਾ ਸਕੇਗਾ। ਉਹ ਕਦੋਂ ਲਿਖਿਆ ਜਾ ਸਕੇਗਾ, ਜੇ A ਦਾ ਸਬਸੈਟ ਹੋਵੇ ਤਾਂ। ਤੁਹਾਨੂੰ ਪਤਾ ਹੈ ਹਰ ਇੱਕ ਸੈੱਟ ਆਪਦੇ ਆਪ ਦਾ ਸਬਸੈਟ ਹੁੰਦਾ, ਤਾਂ ਅਸੀਂ ਜਾਣਦੇ ਹਾਂ A is a subset of A, every set is a subset of itself। ਠੀਕ ਹੈ ਕਿ ਇਹਦਾ ਮਤਲਬ A belongs to Px ਹੋਏਗਾ, for all A belongs to Px, ਤਾਂ ਕੀ ਹੋ ਗਿਆ, R is reflexive। ਹੁਣ ਸਿਮੈਟਰੀ ਚੈੱਕ ਕਰਦੇ ਹਾਂ। ਸਿਮੈਟਰੀ ਵਾਸਤੇ ਅਸੀਂ ਲੈ ਲਿਆ AB belongs to R, AB belongs to R, ਤਾਂ ਇਹਦਾ ਮਤਲਬ ਹੈ A is a subset of B, ਤੇ ਜੇ A B ਦਾ ਸਬਸੈਟ ਹੈ ਤਾਂ ਜ਼ਰੂਰੀ ਨਹੀਂ B A ਦਾ ਸਬਸੈਟ ਹੋਵੇ, ਜ਼ਿਆਦਾ ਵਾਰੀ ਨਹੀਂ ਹੁੰਦਾ। ਜਿਵੇਂ ਆਪਾਂ ਐਗਜ਼ਾਮਪਲ ਲੈ ਕੇ ਇੱਕ ਸਮਝ ਲੈਂਦੇ ਹਾਂ, A ਤਾਂ ਸਾਡੇ ਕੋਲ ਹੈਗਾ 1 2, ਤੇ ਕਿਉਂਕਿ ਇਹ B ਦਾ ਸਬਸੈਟ ਹੈ ਤੇ B ਦੇ ਵਿੱਚ ਕੋਈ ਐਲੀਮੈਂਟ ਵੱਧ ਵੀ ਹੋਏਗਾ, ਤਾਂ A ਤਾਂ B ਦਾ ਸਬਸੈਟ ਹੈਗਾ, ਪਰ B ਹੈ ਜਿਹੜਾ ਉਹ A ਦਾ ਸਬਸੈਟ ਨਹੀਂ ਹੈਗਾ। ਠੀਕ ਹੈ ਕਿ ਤਾਂ A B ਦਾ ਸਬਸੈਟ ਹੈ ਤਾਂ B A ਦਾ ਸਬਸੈਟ ਨਹੀਂ, ਇਹਦਾ ਮਤਲਬ BA does not belong to R। ਠੀਕ ਹੈ ਨਾ, ਇਹਦਾ ਮਤਲਬ R is not symmetric, ਤੇ ਜੇ R ਸਿਮੈਟ੍ਰਿਕ ਨਹੀਂ ਹੈਗਾ ਤਾਂ ਇਹਦਾ ਮਤਲਬ ਇਹ ਇਕੁਇਵਲੈਂਸ ਰਿਲੇਸ਼ਨ ਨਹੀਂ ਹੈ। ਇਹੀ ਅਸੀਂ ਸਾਨੂੰ ਪੁੱਛਿਆ ਸੀਗਾ, ਉਹਨੇ ਪੁੱਛਿਆ ਸੀ ਵੀ ਚੈੱਕ ਕਰੋ ਕਿ R is an equivalence relation on Px, justify your answer। ਤਾਂ ਇੱਥੇ ਆਨਸਰ ਜਸਟੀਫਾਈ ਹੋ ਗਿਆ, R ਸਿਮੈਟ੍ਰਿਕ ਹੈ ਨਹੀਂਗਾ, ਇਸ ਕਰਕੇ ਇਕੁਇਵਲੈਂਸ ਰਿਲੇਸ਼ਨ ਹੈ ਨਹੀਂਗਾ। ਹੁਣ ਸਾਨੂੰ ਤੀਸਰੀ ਚੀਜ਼ ਚੈੱਕ ਕਰਨ ਦੀ ਜ਼ਰੂਰਤ ਨਹੀਂ ਹੈ, ਟ੍ਰਾਂਜ਼ਿਟਿਵਿਟੀ ਵੱਲ ਜਾਣ ਦੀ ਸਾਨੂੰ ਕੋਈ ਜ਼ਰੂਰਤ ਨਹੀਂ, ਇੱਥੇ ਪ੍ਰੂਵ ਹੋ ਗਿਆ ਜਦੋਂ। ਠੀਕ ਹੈ ਨਾ, ਜੇ ਪਹਿਲੇ 'ਚ ਹੀ ਪ੍ਰੂਵ ਹੋ ਜਾਂਦਾ ਫਿਰ ਅਸੀਂ ਸਿਮੈਟਰੀ ਵੀ ਨਾ ਚੈੱਕ ਕਰਨਾ। ਸੋ ਇਸ ਪ੍ਰਕਾਰ ਇੰਨਾ ਕੁ ਕੰਮ ਸੀ ਅੱਜ ਦਾ। ਕੱਲ੍ਹ ਨੂੰ ਆਪਾਂ ਫੰਕਸ਼ਨਸ ਸ਼ੁਰੂ ਕਰਨੇ ਆ, ਤੇ ਰਿਲੇਸ਼ਨ ਵਾਲਾ ਜਿਹੜਾ ਕੰਮ ਹੈ ਉਹ ਅੱਜ ਸਮਾਪਤ ਹੁੰਦਾ ਹੈ।
ਤੁਸੀਂ ਸਾਰੇ ਕੰਮ ਨੂੰ ਬੜੇ ਧਿਆਨ ਨਾਲ ਕਰ ਲੈਣਾ ਹੈਗਾ। ਜਿਹੜੀ ਚੀਜ਼ ਨਹੀਂ ਆਉਂਦੀ ਉਹ ਆਪਾਂ ਕੱਲ੍ਹ ਨੂੰ ਡਿਸਕਸ ਕਰ ਸਕਦੇ ਹਾਂ।